हाँ जी, सत श्री अकाल जी। मैं पूजा भाटिया पंजाबी ਸਾਹਿਤਕਾਰ ਚੈਨਲ ਤੋਂ। ਅੱਜ ਮੈਂ ਤੁਹਾਡੇ ਕੋਲ शिव कुमार बटालवी जी ਦੇ ਕਾਵ ਸੰਗ੍ਰਹਿ ਲੈ ਕੇ ਆਈ ਹਾਂ। ਮੈਨੂੰ ਪਤਾ ਬਾਬਾ ਬਲਵੰਤ ਜੀ ਦੇ ਵੀ ਪਾਣ ਵਾਲੇ ਹਲੇ ਪਏ ਹੋਏ ਆ। ਉਸ ਤੋਂ ਬਾਅਦ ਆਪਾਂ ਅੰਮ੍ਰਿਤਾ ਪ੍ਰੀਤਮ ਜੀ ਦੇ ਵੀ ਕਰਨੇ ਆ। ਇਹਨਾਂ ਦੋਨਾਂ ਕਵੀਆਂ ਦੇ ਕਾਵ ਸੰਗ੍ਰਹਿ ਤੇ ਇੱਕ शिव कुमार बटालवी जी ਦੇ ਅੱਜ ਇਹ ਤਿੰਨ ਵੀਡੀਓ ਮੈਂ ਸ਼ੇਅਰ ਕਰਾਂਗੀ। ਪਹਿਲੇ ਮੈਂ शिव कुमार बटालवी जी ਦੇ ਕਰਾਵਾਂਗੀ। ਹਾਂ, ਉਸ ਤੋਂ ਪਹਿਲੇ ਇੰਪੋਰਟੈਂਟ ਜਿਹੜੀ ਗੱਲ ਹੈਗੀ ਹੈ ਉਹ ਹੈ ਕਿ ਕਲਾਸਿਸ ਸਟਾਰਟ ਹੋ ਰਹੀਆਂ ਹੈ 1 ਅਕਤੂਬਰ ਤੋਂ, ਜਿਹਦੇ ਵਿੱਚ ਤੁਹਾਨੂੰ 2 ਕਲਾਸਿਸ ਡੇਲੀ, ਕਿਉਂਕਿ ਮੈਨੂੰ ਇਹ ਕਿ ਆਪਾਂ ਜਲਦੀ ਤੋਂ ਜਲਦੀ ਸਿਲੇਬਸ ਖਤਮ ਕਰ ਦਈਏ, ਔਰ ਡੇਲੀ ਤੁਹਾਨੂੰ 2 ਮੌਕ ਟੈਸਟ ਵੀ ਮਿਲਣਗੇ। ਇੱਕ ਰਿਟਨ ਫਾਰਮ 'ਚ ਮਿਲੇਗਾ ਤੇ ਇੱਕ ਲਾਈਵ ਮੌਕ ਟੈਸਟ ਮਿਲੇਗਾ, ਠੀਕ ਹੈ। ਔਰ ਨਾਲ ਤੁਹਾਨੂੰ PDF ਨੋਟਸ ਵੀ ਮਿਲਣਗੇ। ਬਾਕੀ ਜੇ ਤੁਸੀਂ ਅੱਛੀ ਤਰ੍ਹਾਂ 100% ਪ੍ਰੈਪਰੇਸ਼ਨ ਕਰਨਾ ਚਾਹੁੰਦੇ ਹੋ, ਹਾਂ, ਇੱਕ ਜਿਨ੍ਹਾਂ ਦੇ ਮਾਈਂਡ ਵਿੱਚ ਹੈ ਕਿ ਸੈਲਫ ਸਟੱਡੀ ਬੈਸਟ ਹੈ, 100% ਬੈਸਟ ਹੈ, ਸਭ ਤੋਂ ਵਧੀਆ ਸੈਲਫ ਸਟੱਡੀ ਹੈ, ਉਸ ਦੇ ਸਾਹਮਣੇ ਕੋਈ ਵੀ ਚੀਜ਼ ਨਹੀਂ ਹੈ। ਬਟ ਸੈਲਫ ਸਟੱਡੀ ਦਾ ਮਤਲਬ ਇਹ ਹੈ ਕਿ ਐਟਲੀਸਟ ਤੁਸੀਂ 2 ਸਾਲ ਬਲਾਈਂਡ ਹੋ ਕੇ ਪੜ੍ਹੋ, ਠੀਕ ਹੈ। ਤੇ ਜੋ ਮੈਂ ਤੁਹਾਨੂੰ ਪ੍ਰੋਵਾਈਡ ਕਰਵਾ ਰਹੀ ਹਾਂ ਉਹ ਇੱਕ ਕਿਸਮ 'ਚ ਸੈਲਫ ਸਟੱਡੀ ਵਾਲਾ ਹੀ ਕੰਮ ਹੈ। ਬਹੁਤ ਸਾਰੀਆਂ ਬੁੱਕਸ ਨੂੰ ਕਵਰ ਕੀਤਾ ਹੋਇਆ, ਉਹਦਾ ਨਿਚੋੜ ਤੁਹਾਨੂੰ ਦੇ ਰਹੀ ਹਾਂ, ਜਿਹੜਾ ਕਿ ਸਿਰਫ ਤੁਸੀਂ ਯਾਦ ਕਰਨਾ ਹੈ। ਕਿਉਂਕਿ ਹੁਣ ਸਾਡੇ ਕੋਲ ਇੰਨਾ ਟਾਈਮ ਨਹੀਂ ਹੈ ਕਿ ਤੁਸੀਂ ਬੁੱਕਸ ਪੜ੍ਹੋ ਤੇ ਤਿਆਰੀ ਕਰੋ। ਜਿਹੜੇ ਕਰ ਰਹੇ ਨੇ ਉਹ ਵੈਲ ਐਂਡ ਗੁੱਡ ਹੈ। ਜਿਨ੍ਹਾਂ ਨੇ ਨਹੀਂ ਕੀਤੀ ਹੋਈ ਉਹ ਹੈ ਕਿ ਡੇਲੀ ਰੂਟੀਨ 'ਚ ਕਲਾਸ ਲਗਾ ਕੇ ਆਪਣੇ ਪੁਆਇੰਟਸ ਨੂੰ ਸਮਝ ਕੇ ਉਹਨਾਂ ਨੂੰ ਲਰਨ ਕਰਕੇ ਆਪਣਾ ਪੇਪਰ ਜਿਹੜਾ ਕਰੈਕ ਕਰ ਸਕਦੇ ਨੇ। 1 ਅਕਤੂਬਰ ਤੋਂ ਨਵਾਂ ਬੈਚ ਸ਼ੁਰੂ ਹੋ ਰਿਹਾ ਹੈ, ਔਰ CTET ਔਰ PTET ਵਾਲਿਆਂ ਦਾ ਵੀ ਬੈਚ ਸਟਾਰਟ ਹੋ ਰਿਹਾ ਹੈ। ਉਹ ਵੀ ਜਲਦੀ ਤੋਂ ਜਲਦੀ ਮੈਨੂੰ ਕੰਟੈਕਟ ਕਰ ਸਕਦੇ ਹੈ। ਮੇਰਾ ਜਿਹੜਾ ਨੰਬਰ ਹੈ ਉਹ ਹੈ 7717639393। ਕੰਟੀਨਿਊਸਲੀ ਸਟੂਡੈਂਟਸ ਆ ਰਹੇ ਨੇ ਤੇ ਪਿੱਛੇ ਨਾ ਰਹਿ ਜਿਓ, ਕਿਉਂਕਿ ਦੁਬਾਰਾ ਜਿਹੜਾ ਸਿਲੇਬਸ ਕਵਰ ਕਰਾਉਣਾ ਥੋੜਾ ਔਖਾ ਹੋ ਜਾਂਦਾ ਹੈ। ਨਾਲ ਦੀ ਨਾਲ ਕੰਟੀਨਿਊਸਲੀ ਕਰੋਗੇ ਤਾਂ ਬੈਟਰ ਰਹੇਗਾ। ਹੁਣ ਆਪਾਂ ਕਰਦੇ ਹਾਂ शिव कुमार बटालवी जी ਦੇ ਕਾਵ ਸੰਗ੍ਰਹਿ। ਸਭ ਤੋਂ ਪਹਿਲਾ ਕਾਵ ਸੰਗ੍ਰਹਿ ਉਹਨਾਂ ਦਾ ਹੈ ਪੀੜਾਂ ਦਾ ਪਰਾਂਗਾ 1960 ਵਿੱਚ। ਇਹ ਚੀਜ਼ ਯਾਦ ਰੱਖ ਲਿਓ ਕਿ शिव कुमार बटालवी जी ਦਾ ਸਭ ਤੋਂ ਪਹਿਲਾ ਕਾਵ ਸੰਗ੍ਰਹਿ ਪੀੜਾ ਦਾ ਪਰਾਂਗਾ 1960 ਵਿੱਚ। ਥੋੜਾ ਮੇਰੇ ਕੋਲ ਸੀਕੁਐਂਸ ਇੱਧਰ ਉੱਧਰ ਹੋ ਗਿਆ ਹੋਏਗਾ, ਉਹ ਐਡਜਸਟਮੈਂਟਸ ਕਰ ਲਿਓ। ਉਸ ਤੋਂ ਬਾਅਦ ਮੈਨੂੰ ਵਿਦਾ ਕਰੋ 1963 ਵਿੱਚ ਇੱਕ ਕਾਵ ਸੰਗ੍ਰਹਿ ਗਜ਼ਲਾਂ ਤੇ ਗੀਤ। ਇਹਦਾ ਜਿਹੜਾ ਈਅਰ ਹੈ ਮੇਰੇ ਕੋਲ ਅਵੇਲੇਬਲ ਨਹੀਂ ਹੈ, ਜੇ ਤੁਹਾਡੇ ਕੋਲ ਹੋਇਆ ਤਾਂ ਕਮੈਂਟ ਵਿੱਚ ਜ਼ਰੂਰ ਦੇ ਦਿਓ। ਲਾਜਵੰਤੀ 1961। ਲਾਜਵੰਤੀ ਜਿਹੜਾ ਕਾਵ ਸੰਗ੍ਰਹਿ ਹੈ ਇਹ ਸੋਚਵਾਦੀ ਤੇ ਆਸ਼ਾਵਾਦੀ ਹੈ, क्योंकि शिव कुमार बटालवी जी एक ऐसे कवि है जिन्होंने निराशावादी कवि किया है, और किन्ना ने किया है, हीरा सिंह दर्द जी ने किया है। तो उन्होंने दा लाजवंती काव्य संग्रह जिहड़ा है सोचवादी आशावादी मिलता है। आटे दियां चिड़ियां 1962 विच ये व्यंगमई ते वाशनामई काव्य संग्रह। इस संग्रह नूं भाषा विभाग वालों सन्मान भी मिलिया होया। लूना 1965 विच ये शिव कुमार बटालवी जी का काव्य नाटक है। ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ 1967 ਵਿੱਚ ਇਹਨੂੰ ਅਵਾਰਡ ਮਿਲਿਆ ਸੀ। ਲੂਣਾ ਕਾਵ ਸੰਗ੍ਰਹਿ ਜਿਹੜੀ ਸਾਡੀ ਕਾਦਰ ਯਾਰ ਦੀ ਲੂਣਾ ਹੈ ਉਹਨੂੰ ਹੀ ਲੈ ਕੇ ਬਸ ਇਹਦੇ ਵਿੱਚ ਇਸ ਦਾ ਥੋੜਾ ਮਨੋਵਿਗਿਆਨਿਕ ਚਿੱਤਰਨ ਕੀਤਾ ਹੋਇਆ। ਬਾਕੀ ਜਿੰਨੇ ਵੀ ਕਿੱਸਾਕਾਰ ਹੋਏ ਨੇ ਜਾਂ ਜਿਨ੍ਹਾਂ ਨੇ ਵੀ ਲੂਣਾ ਨੂੰ ਲਿਖਿਆ, ਉਹਨਾਂ ਨੇ ਲੂਣਾ ਦੇ ਕਰੈਕਟਰ ਨੂੰ ਬੜਾ ਗਲਤ ਕਿਹਾ, ਪਰ शिव कुमार बटालवी जी ਲੂਣਾ ਦੇ ਕਰੈਕਟਰ ਨੂੰ ਬਿਲਕੁਲ ਡਿਫਰੈਂਟ ਤਰੀਕੇ ਨਾਲ ਪੇਸ਼ ਕਰਦੇ ਨੇ, ਜਿਸ ਕਰਕੇ ਲੂਣਾ ਉਹਨਾਂ ਦੀ ਬਹੁਤ ਹੀ महान रचना बन जाती है। इसका इंग्लिश अनुवाद किया गया है BS दत्ता। लूना का इंग्लिश अनुवाद किया है BS दत्ता ने। दर्दमंदा दियां आहां 1964 विच। एक इन्हां दी रचना है मैं ते मैं 1971 विच। प्रयोगवादी काव्य संग्रह बहुत इंपॉर्टेंट। मैं ते मैं 1971 विच प्रयोगवादी काव्य संग्रह। एक बड़ा कॉमन जिहा आधुनिक काव्य विच क्वेश्चन है कि किस कवि ने अपनी स्वै जीवनी कविता के रूप में लिखे। तुसीं इसका आंसर मैनू कमेंट में दिओ, नहीं तो नैक्सट टाइम मैं जो उन्हों का करावांगी तो मैं जरूर देवांगी, ठीक है। बट मैं जिहड़ी शिव कुमार बटालवी जी की स्वै जीवनी के अंश मिलते हैं, पर इनू असी प्रॉपर स्वै जीवनी नहीं कह सकते। इस विच उन्हां दी स्वै जीवनी के अंश मिलते हैं। अलविदा संपूर्ण काव्य संग्रह 1974 ਵਿੱਚ ਪ੍ਰਕਾਸ਼ਿਤ ਕਰਵਾਇਆ ਗਿਆ ਸੀ GNDU ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ। ਇਸ ਨੂੰ ਪ੍ਰਕਾਸ਼ਿਤ ਕਰਵਾਇਆ ਗਿਆ ਸੀ। ਅਲਵਿਦਾ ਕਾਵ ਸੰਗ੍ਰਹਿ ਉਹਨਾਂ ਦੀ ਡੈਥ ਤੋਂ ਬਾਅਦ
संपूर्ण काव्य संग्रह, संपूर्ण उन्हां दीआं कवितावां दा काव्य संग्रह। अच्छा, संपूर्ण काव्य संग्रह एक सरदार जीवन सिंह जी ने भी करवाया होया 1995 विच। एक संपूर्ण काव्य संग्रह होर मिलदा है, उन्हां दे पुत्र मेहरबान ने करवाया होया संपादित। ठीक है जी। उस तो बाद बिरहा तू सुल्तान 1964 विच इन्हां दा काव्य संग्रह। एक काव्य संग्रह बिरहा दा सुल्तान, दो काव्य संग्रह, एक बिरहा तू सुल्तान 1964 विच, एक बिरहा दा सुल्तान। बिरहा दा सुल्तान कोई इंडिपेंडेंटली उन्हां दी अपनियां कवितावां ਜਿਹੜੀਆਂ ਨਵੀਆਂ ਦਾ ਕਾਵ ਸੰਗ੍ਰਹਿ ਨਹੀਂ ਹੈ, ਜਿੰਨੀਆਂ ਵੀ ਉਹਨਾਂ ਦੀਆਂ ਕਵਿਤਾਵਾਂ ਹੋਈਆਂ ਉਹਨਾਂ ਵਿੱਚੋਂ ਕੁਝ ਚੁਣੀਆਂ ਸਿਲੈਕਟਡ ਪੋਇੰਟਸ ਆ ਕਾਵ ਸੰਗ੍ਰਹਿ 94 ਕਵਿਤਾਵਾਂ ਦਾ ਕਾਵ ਸੰਗ੍ਰਹਿ। ਬਿਰਹੜਾ 1974, ਅਸਾ ਜੋਬਨ ਰੁੱਤੇ ਮਰਨਾ 1976, ਸਾਗਰ ਤੇ ਕਨੀਆਂ 1982, ਇੱਕ ਕਾਵ ਸੰਗ੍ਰਹਿ ਸੋਗ 1973, ਇੱਕ ਕਾਵ ਸੰਗ੍ਰਹਿ ਆਰਤੀ 1971। ਇਹ ਉਹਨਾਂ ਦੇ ਕਾਵ ਸੰਗ੍ਰਹਿ ਵਿਦ ਏਅਰ ਨੇ, ਜਿੱਥੋਂ ਤੱਕ ਮੇਰੀ ਅਪਰੋਚ ਹੋਈ ਹੈ ਇਕੱਠੇ ਕਰਕੇ ਮੈਂ ਤੁਹਾਡੇ ਅੱਗੇ ਰੱਖ ਦਿੱਤੇ ਹੈ। ਹਾਂਜੀ, ਇੱਕ ਇਹਦੇ ਵਿੱਚ ਚੀਜ਼ ਹੈ ਕਿ ਮੈਂ ਥੋੜਾ ਡਿਫਰੈਂਟ ਨਹੀਂ ਕੀਤਾ ਕਿ ਉਹਨਾਂ ਦੀ ਮਰਨ ਤੋਂ ਬਾਅਦ ਕਿਹੜੇ ਆਏ। ਇਹ ਤਾਂ ਸਾਰਿਆਂ ਨੂੰ ਪਤਾ 1937 ਵਿੱਚ ਉਹਨਾਂ ਦਾ ਜਨਮ ਹੋਇਆ ਸੀ, 1973 ਵਿੱਚ ਉਹਨਾਂ ਦੀ ਮੌਤ ਹੋਈ ਸੀ। ਤੇ ਤੁਸੀਂ ਦੇਖ ਲਿਓ 1973 ਤੋਂ ਬਾਅਦ ਜਿਹੜੇ ਕਾਵ ਸੰਗ੍ਰਹਿ ਆਏ ਨੇ ਉਹਨਾਂ ਦੀ ਮੌਤ ਤੋਂ ਬਾਅਦ ਆਏ। ਹਾਂ, ਇੱਕ ਜਿਹੜਾ ਕਾਵ ਸੰਗ੍ਰਹਿ 1973 ਵਿੱਚ ਆਇਆ ਹੋਇਆ ਸੋਗ, ਇਹ ਉਹਨਾਂ ਦੀ ਮੌਤ ਤੋਂ ਬਾਅਦ ਆਇਆ ਹੋਇਆ, ਆਫਟਰ ਡੈਥ ਆਇਆ ਹੋਇਆ। 7 ਮਈ ਉਹਨਾਂ ਦੀ ਮੌਤ ਹੋਈ ਸੀ, 7 ਮਈ 1973 ਵਿੱਚ। ਠੀਕ ਹੈ, ਤੇ ਉਸ ਤੋਂ ਬਾਅਦ ਆਇਆ। ਹੁਣ ਇਸ ਤੋਂ ਬਾਅਦ ਮੈਂ ਕੁਝ ਇੰਪੋਰਟੈਂਟ ਕਵਿਤਾਵਾਂ ਤੁਹਾਨੂੰ ਦੱਸ ਰਹੀ ਹਾਂ ਤੇ ਉਹਨਾਂ ਦੇ ਕਾਵ ਸੰਗ੍ਰਹਿ ਕਿ ਕਿਹੜੇ ਕਾਵ ਸੰਗ੍ਰਹਿ ਵਿੱਚ ਉਹ ਇੰਪੋਰਟੈਂਟ ਕਵਿਤਾਵਾਂ ਲਿੱਤੀਆਂ ਹੋਈਆਂ, ਕਿਉਂਕਿ ਜਿਹੜਾ ਸਾਡਾ ਲਾਸਟ ਮਾਸਟਰ ਕੇਡਰ ਦਾ ਐਗਜ਼ਾਮ ਹੋਇਆ ਵੀ ਸੀ ਉਹਦੇ ਵਿੱਚ ਊਸ਼ਾ ਕਵਿਤਾ ਆਈ ਸੀ ਕਿ ਊਸ਼ਾ ਕਵਿਤਾ ਕਿਹੜੇ ਕਾਵ ਸੰਗ੍ਰਹਿ ਵਿੱਚੋਂ ਲਿੱਤੀ ਗਈ ਹੈ। ਉਹ ਮਹਾਨਾਚ ਕਾਵ ਸੰਗ੍ਰਹਿ ਵਿੱਚੋਂ ਲਿੱਤੀ ਗਈ ਹੈ, ਬਾਵਾ ਬਲਵੰਤ ਜੀ ਦੀ ਸੀ। ਔਰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਗ੍ਰੇਡ 9 ਜਾਂ 10th ਦੋਨਾਂ ਵਿੱਚੋਂ ਕਿਸੇ ਵਿੱਚੋਂ ਐਡ ਹੈ, ਮੇਰੇ ਖਿਆਲ 'ਚ ਮੋਸਟ ਪ੍ਰੋਬਬਲੀ 9th ਵਿੱਚ ਹੈ, ਤੇ ਉਹੀ ਕਵਿਤਾ ਨੂੰ ਲੈ ਕੇ ਉਹਨਾਂ ਨੇ ਉਸਦਾ ਕਾਵ ਸੰਗ੍ਰਹਿ ਪੁੱਛ ਲਿਆ ਸੀ। ਇਸ ਲਈ ਇੱਕ ਟਰਾਈ ਕਰਿਓ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡਸ ਦੀਆਂ ਜਿਹੜੀਆਂ ਬੁੱਕਸ ਹੈ ਉਹਦੇ ਵਿੱਚ ਜਿੰਨੀਆਂ ਵੀ ਕਹਾਣੀਆਂ ਤੇ ਕਵਿਤਾਵਾਂ ਉਹ ਕਿਹੜੇ ਕਾਵ ਸੰਗ੍ਰਹਿ, ਕਿਹੜੇ ਕਹਾਣੀ ਸੰਗ੍ਰਹਿ ਵਿੱਚੋਂ ਲਿੱਤੀਆਂ ਗਈਆਂ, ਉਹਨਾਂ ਨੂੰ ਜ਼ਰੂਰ ਤਿਆਰ ਕਰ ਲਿਓ। ਹੁਣ ਮੈਂ ਅੱਗੋਂ ਤੁਹਾਨੂੰ ਇੰਪੋਰਟੈਂਟ ਪੁਆਇੰਟਸ ਦੇ ਕਾਵ ਸੰਗ੍ਰਹਿ ਦੱਸ ਰਹੀ ਹਾਂ, ਉਹ ਹਨ। ਹਾਂਜੀ, ਸਭ ਤੋਂ ਪਹਿਲਾਂ ਮੈਂ ਜਿਹੜਾ ਕਾਵ ਸੰਗ੍ਰਹਿ ਲੈ ਰਹੀ ਹਾਂ ਉਹ ਹੈ ਪੀੜਾਂ ਦਾ ਪਰਾਂਕਾ, ਜਿਹੜਾ ਇਹਨਾਂ ਦਾ ਪਹਿਲਾ ਕਾਵ ਸੰਗ੍ਰਹਿ ਸੀ 1960 ਵਿੱਚ। ਪੀੜਾਂ ਦਾ ਪਰਾਗਾ 1960 ਵਿੱਚ। ਇਸ ਵਿੱਚ ਜਿਹੜੀਆਂ ਟੋਟਲ ਕਵਿਤਾਵਾਂ ਨੇ ਉਹ ਹਨ 28, ਔਰ ਪ੍ਰਸਿੱਧ ਕਵਿਤਾਵਾਂ ਜਿਹੜੀਆਂ ਇਸ ਵਿੱਚ ਦਰਜ ਨੇ ਉਹਨਾਂ ਦੇ ਨਾਮ ਹਨ ਚਾਂਦੀ ਦੀਆਂ ਗੋਲੀਆਂ, ਚਾਂਦੀ ਦੀਆਂ ਗੋਲੀਆਂ, ਕੰਡਿਆਲੀ ਥੋਰ, ਇਹ ਤੁਹਾਨੂੰ ਪਤਾ ਬਹੁਤ ਇੰਪੋਰਟੈਂਟ ਹੈ, GNDU ਦੀ ਗ੍ਰੈਜੂਏਸ਼ਨ ਦੀ ਬੁੱਕ ਵਿੱਚ ਇਹ ਪੋਇਮ ਹੈਗੀ ਹੈ ਕੰਡਿਆਲੀ ਥੋਰ। ਔਰ ਇਹ ਵੀ ਸਾਨੂੰ ਪਤਾ ਹੈ ਕਿ ਪੇਪਰ ਜਿਹੜਾ ਮੋਸਟ ਪ੍ਰੋਬਬਲੀ GNDU ਵੱਲੋਂ ਸੈੱਟ ਹੁੰਦਾ ਹੈ। ਆਪਣੀ ਆਪਣੀ ਸਾਲਗਿਰਾ, ਆਪਣੀ ਕਿਉਂਕਿ ਜਿਹੜੇ ਟੀਚਰਸ ਪੇਪਰ ਸੈੱਟ ਕਰ ਰਹੇ ਹੁੰਦੇ ਆ ਨਾ ਉਹਨਾਂ ਦੇ ਮਾਈਂਡ ਵਿੱਚ ਉਹ ਕੁਐਸਚਨਸ ਜ਼ਰੂਰ ਰਹਿੰਦੇ ਜਿਹੜੇ ਉਹ ਪੜ੍ਹਾ ਰਹੇ ਹੁੰਦੇ ਨੇ। ਠੀਕ ਹੈ ਜੀ, ਇਸ ਕਰਕੇ ਇਹ ਚੀਜ਼ ਦਾ ਸਾਨੂੰ ਧਿਆਨ ਰੱਖਣਾ ਪੈਂਦਾ ਥੋੜਾ ਜਿਹਾ ਕਿ ਪੇਪਰ ਮੋਸਟ ਪ੍ਰੋਬਬਲੀ ਔਰ ਬਹੁਤ ਵਾਰ GNDU ਵੱਲੋਂ ਸੈੱਟ ਹੋਇਆ ਹੈ। ਗਮਾਂ ਦੀ ਰਾਤ, ਗਮਾਂ ਦੀ ਰਾਤ ਆਪਣੇ ਸੂਫੀ ਕਵੀ ਸੂਫੀ ਗੀਤਕਾਰ ਨੇ ਹੰਸਰਾਜ ਹੰਸ ਜੀ ਜਿਨ੍ਹਾਂ ਨੇ ਗਾਇਆ ਹੋਇਆ। ਨੈਕਸਟ ਹੈ ਨੂਰਾ। ਨੂਰਾ ਜਿਹੜੀ ਅਨੁਵਾਦਿਤ ਕਵਿਤਾ ਹੈ, ਕਿਸ ਦੀ ਕਵਿਤਾ ਸੀ? ਇਹ ਕੀਟਸ ਦੀ ਕਵਿਤਾ ਸੀ ਜਿਸ ਦਾ ਅਨੁਵਾਦ ਜਿਹੜਾ ਹੈ ਸ਼ਿਵ ਕੁਮਾਰ ਬਟਾਲਵੀ ਜੀ ਦੁਆਰਾ ਹੋਇਆ। ਨੈਕਸਟ ਕਾਵ ਸੰਗ੍ਰਹਿ ਆਟੇ ਦੀਆਂ ਚਿੜੀਆਂ। मैं सारे काव्य संग्रह नहीं करावांगी और वो इन्ने जरूरी भी नहीं है सारे काव्य संग्रह करने, याद भी नहीं होने। 1962 विच आया सी। ਇਹਦੇ ਵਿੱਚ ਇਹਨੂੰ ਜਿਹੜਾ ਹੈ ਸ਼੍ਰੋਮਣੀ ਰਚਨਾ ਦਾ ਮਾਨ ਪ੍ਰਾਪਤ ਹੋਇਆ।
ਸ਼੍ਰੋਮਣੀ ਰਚਨਾ ਸਰਬੋਤਮ ਰਚਨਾ ਦਾ ਕਿਹਦੇ ਵੱਲੋਂ ਭਾਸ਼ਾ ਵਿਭਾਗ ਵੱਲੋਂ ਇਸ ਤੇ ਅਵਾਰਡ ਮਿਲਿਆ ਹੋਇਆ ਆਟੇ ਦੀਆਂ ਚਿੜੀਆਂ ਨੂੰ। ਇਹਦੇ ਵਿੱਚ ਪ੍ਰਯੋਗਵਾਦੀ ਪ੍ਰਵਿਰਤੀ ਜਿਹੜੀ ਉਹ ਮਿਲਦੀ ਹੈ। ਔਰ ਵਾਸ਼ਨਾਮਈ ਕਾਵ ਸੰਗ੍ਰਹਿ ਇਹ ਤੁਹਾਨੂੰ ਮੈਂ ਆਲਰੇਡੀ ਦੱਸ ਚੁੱਕੀ ਹੋਈ ਹਾਂ। ਵਾਸ਼ਨਾਮਈ ਕਾਵ ਸੰਗ੍ਰਹਿ ਇਸ ਵਿੱਚ ਜਿਹੜੀਆਂ ਇੰਪੋਰਟੈਂਟ ਕਵਿਤਾਵਾਂ ਨੇ ਉਹ ਆ ਜਾਂਦੀਆਂ ਨੇ ਆਟੇ ਦੀਆਂ ਚਿੜੀਆਂ। ਆਟੇ ਦੀਆਂ ਚਿੜੀਆਂ ऑब्वियस है, जो काव्य संग्रह उसके नाम की कविता तो होएगी बट ये कविता का थोड़ा अलग जिहा करैक्टर है। एक्चुअली शिव कुमार बटालवी जी ने हुण ये काव्य संग्रह 1962 में आ रहा सी। इट मीनस आटे दियां चिड़ियां जिहड़ी कविता है 1962 तो पहला लिखी गई है। शिव कुमार जी बटालवी जी का जिहड़ा काव्य नाटक है लूना, ਉਹਨੂੰ लिखण तो पहला उन्होंने आटे दियां चिड़ियां विच लूना का थोड़ा जिहा किरदार पेश किया होया। आटे दियां चिड़ियां कविता विच उन्होंने लूना का थोड़ा जिहा किरदार पेश किया होया। उस तो बाद इस विच आ जांदा चरित्रहीन। नेक्स्ट कविता आ जाती है अजनबी। तिथ पत्तर, तिथ पत्तर। उस तो बाद शिकरा। शिकरा एक पंछी का नाम है जिहड़ा कि अजकल प्राप्त नहीं हुंदा। ये 9 तरह के पंछी ने, जिवें बाज भी इन्हां 9 तरह के पंछियों विचों एक आ जाता है। बीही दी बत्ती कहते गुरबख्श सिंह प्रीतलड़ी दी बेटी नाल सी इन्हां दा कुछ प्यार, ते वो जदों शिफ्ट हो गया उन्होंने फादर नूं जदों पता चलिया कि शिव कुमार बटालवी जी ने, तो गुरबख्श सिंह प्रीतलड़ी जी कहते शिव कुमार बटालवी जी नूं पसंद नहीं सी करते, इस करके उन्होंने अपनी बेटी नूं फॉरन भेज दिता। इन्हां दी कविता है ना, माए नी मैं एक शिकरा यार बनाया, चूरी कुट्टों खावदा ना असी दिल दा मास खवाया, उस उडारी कुछ ऐसी मारी मुड़ वतनी ना आया। विचों एक दो लाइनां में भी मैं मिस कीतियां होण। टिड्डी दल, टिड्डी दल, बनवासी, ते मील पत्थर। ठीक है जी। हुण इस तो अगों जिहड़े काव्य संग्रह, नैक्सट इन्हां दा काव्य संग्रह मैनू विदा करो। मैनू विदा करो 1963 विच। इस विच टोटल 25 कवितावां ने। असां तां जोबन रुत्ते मरना, असां तां जोबन रुत्ते मरना। नेक्स्ट कविता है एह मेरा गीत, एह मेरा गीत। धर्मी बाबला, धर्मी बाबला जिहड़ा है ना पिता ते एक धी दा जिहड़ा वार्ता पेश की गई है। धर्मी बाबला पिता अते धी दी वार्ता। उस तो बाद सानू टोर अंबड़िए टोर, सानू टोर अंबड़िए टोर। और अगली है अंबड़िए सुगंधड़िए, अंबड़िए सुगंधड़िए। ये जड़ियां दोनों कवितावां ने, इन्हां दोनों कवितावां विच मां अते धी दी वार्ता है। सच यह जिहड़ी कविता सी कीती ना, ये मेरा गीत है, इहदे विच मृत्यु दा संकल्प है, मौत दा संकल्प उन्होंने लिता होया। मेरे रंग दा पानी, मेरे
रंग दा पानी। ये जिहड़ी कविता है कुदरत नूं संबोधित है, कुदरत नूं संबोधित, मेरे रंग दा पानी। नैक्सट इन्हां दा काव्य संग्रह लूना 1965 विच। एक काव्य नाटक है। ऑलरेडी तुहानूं मैं लिखवाता, हुण मैं बार बार लिखूंगी नहीं कि इनू भारतीय साहित्य अकादमी दिल्ली वालों 1967 विच मिलिया सी। ठीक है जी, अवार्ड मिलिया सी। इस काव्य संग्रह दे अगों 8 अंक ने। ਇਹਦੇ ਵਿੱਚ ਇਹਨਾਂ ਨੇ थोड़े ਜਿਹੇ अलग जे पात्र भी पाए ने, जिवें वर्मन है और इशरा दे फादर की गल की गई है, लूना दे फादर की गल की गई है और सलवान दी फ्रेंड की गल हुई है। वो सारी प्रॉपर स्टोरी बना के उन्होंने पेश किया हुआ है। नैक्सट काव्य संग्रह आरती, ये 1971 विच आया सी। ਇਹਦੇ ਵਿੱਚ 1963 ਤੋਂ 65 तक ਦੀਆਂ ਕਵਿਤਾਵਾਂ ਹੈ। 1963 ਤੋਂ 65 तक ਦੀਆਂ 2 ਸਾਲਾਂ ਦੀਆਂ ਕਵਿਤਾਵਾਂ ਦਰਜ ਹੈ, ਜਿਨਦੇ ਵਿੱਚ 8 ਗਜ਼ਲਾਂ, 3 ਗੀਤ ਤੇ 39 ਕਵਿਤਾਵਾਂ ਨੇ। ਬਾਕੀ ਇਹਨਾਂ ਦਾ ਟੋਟਲ ਕਰ ਲਿਓ ਕਿ ਟੋਟਲ ਕਿੰਨੀਆਂ ਹੋ ਗਈਆਂ। ਇਹਦੇ ਵਿੱਚ ਆਰਤੀ ਹੈ जो कि गुरु गोबिंद सिंह, जिहड़ी आरती कविता है गुरु गोबिंद सिंह जी नाल रिलेटेड है और ये कदों लिखी गई सी? गुरु गोबिंद सिंह जी दे 300 प्रकाश उत्सव ते। फिर इस तो बाद इन्हां दी कविता है चुकिया सीस, चुकिया सीस। नैक्सट इन्हां दी कविता है सफर। सफर जिहड़ी इन्हां दी कविता है गीत तो तलवार तक दा सफर जिहड़ा इस विच दस्सिया होया है, गीत तो तलवार तक। मसीहा। नैक्सट है लोहे दा शहर। लोहे दा शहर बहुत वधिया मतलब कि कविता है। इहदे विच मैनूं याद सीगी पूरी कविता, हुण दिमाग च आ नहीं रही। ये लोहे दे शहर विच लोहे दे लोकां विच सी कुछ एरिया 17। एक्चुअली बटाला शहर विच लोहे दा काम हुंदा सी, जिस करके उहनूं बटाले शहर नूं लोहे दा शहर कहंदे सी कि उत्थों दे लोक भी जिहड़े ने वो लोहे दे ने। नैक्सट इन्हां दी मरसिया। मरसिया जिहड़ा है मौत दे नाल संबंधित हुंदा, जिवें साडे कोल हाशम दा मरसिया भी मिलदा जिहड़ा उन्हां ने महासिंह ते लिखिया सीगा। मरसिया रचना मौत दे समय सोग पत्तर है, इन्हां ने पंडित जवाहर लाल नेहरू जी ते लिखिया। पंडित जवाहर लाल नेहरू दी मौत दे समय ते इन्हां ने लिखिया सीगा मरसियां। उस तो बाद नैक्सट काव्य संग्रह इन्हां दा लाजवंती। लाजवंती ये जिहड़ा काव्य संग्रह 1961 विच आया सी। भूमिका इस दी संत सिंह सेखो जी वालों लिखी गई। भूमिका संत सिंह सेखो जी। और इस काव्य संग्रह का जिहड़ा आरंभ है, शुरुआत है, वो गीत नाल हुंदी है। गीत नाल आरंभ जिहड़ा है वो गीत नाल हुंदा है। इहदे विच जिहड़ियां कवितावां आंदियां वो है चुम्मन। चुम्मन कविता विच इन्हां ने पेश किया है कि बसोली पिंड दी एक कुड़ी सी जिसका नाम सीगा शकीना। उस दे नाल मुलाकात हुंदी है, वो कवि नूं चुम्मन दे के चली जाती है, जिहदे ते वो मुलाकात का जिहड़ा चित्रण है इन्हां ने कीता है। नैक्सट इन्हां दी कविता है शीशो। शीशो कविता जिहड़ी है गल्पी तकनीक, गलप दे गलप कहानी नावल वगैरह असीं मतलब कि कह सकते हैं, उस तकनीक दे नाल लिखी हुई है। लाजवंती जिहड़ी कविता है वो सभ्याचार दी, इहदी जिहड़ी इंपॉर्टेंट है लाजवंती कविता दी, इहदे विच की है जिहड़ा भारतीय सभ्याचार है, सिर्फ तुसी पंजाबी सभ्याचार नहीं लेना, भारतीय सभ्याचार दे जिहड़े भुल्ले विसरे शब्द ने वो इस कविता विच सानू नज़र आते हैं। इस कविता नूं पढ़ के साडे सामने आते हैं। लास्ट इन्हां दा काव्य संग्रह मैं ते मैं। मैं ते मैं।
मैं इन्हां दी मतलब वैसे लास्ट काव्य संग्रह नहीं है 1971 विच आया एक्चुअली मैं काव्य संग्रह इन्हां दा लास्ट काव्य संग्रह इन्हां दी जिंदियां जी जिहड़ा आ प्रकाशित होया सी ये बिरतांतक रचना है। इस विच बिरतांतक रचनावां काल्पनिक किरदार पेश किए गए ने और ऑलरेडी मैं तुहानू दसता होया कि शिव कुमार बटालवी जी की स्वै जीवनी दे थोड़े जे अंश इस काव्य संग्रह विचों मिलते हैं। ठीक है जी 1 अक्तूबर तो नवा बैच स्टार्ट हो रहा है 7717639393 ये मेरा कॉन्टैक्ट नंबर है तुसी मैनू कॉल भी कर सकते हो व्हाट्सएप भी कर सकते हो। ठीक है जी और जिन्ना जल्दी हो सके इस क्लास नू ज्वाइन करो और फटाफट पेपर क्रैक करो। बाकी खुश रहो तंदुरुस्त रहो ध्यान रखो।